everyone, welcome to Prableen Kaur's World. So today we are going to begin with our Punjabi syllabus and it is the first video that I'm going to shoot for you all. So Punjabi ਸੱਭਿਆਚਾਰ ਦੀ ਜਾਣ ਪਛਾਣ ਪਹਿਲਾ ਭਾਗ ਹੈ ਜਿਹੜਾ ਪੰਜਾਬੀ ਸੱਭਿਆਚਾਰ ਇਸ ਦੇ ਲੇਖਕਾਂ ਨੇ ਡਾਕਟਰ ਬਰਿੰਦਰ ਕੌਰ. So this is one of the most important statements that you need to keep in your mind that who is the writer. So the writer is Dr. Barinder Kaur. ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਦੇ ਲੇਖਕਾ ਕੌਣ ਨੇ ਡਾਕਟਰ ਬਰਿੰਦਰ ਕੌਰ. ਸੋ ਲੈਟਸ ਬਿਗਿਨ ਵਿਦ ਦ ਵੀਡੀਓ ਰਾਈਟ ਨਾਓ. ਓਕੇ, ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ? ਸੱਭਿਆਚਾਰ ਬੇਸਿਕਲੀ ਜੇ ਮੈਂ ਤੁਹਾਨੂੰ ਸਿੰਪਲ ਵਰਡਸ ਦੇ ਵਿੱਚ ਐਕਸਪਲੇਨ ਕਰਾਂ ਸੱਭਿਆਚਾਰ ਹੁੰਦਾ ਕੀ ਆ ਤਾਂ ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੰਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ. ਮਤਲਬ ਕਿਸੇ ਪਾਰਟਿਕੂਲਰ ਫੀਲਡ ਦੀ ਕਿਸੇ ਖਾਸ ਖਿੱਤੇ ਦੀ ਜਾਂ ਕਿਸੇ ਕੰਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ ਕਿ ਉਹ ਕਿਸ ਵੇ ਨਾਲ ਉਹ ਆਪਰੇਟ ਹੋ ਰਿਹਾ ਸਿਸਟਮ, ਕਿਸ ਤਰੀਕੇ ਦੇ ਨਾਲ ਉਹ ਲੋਕ ਰਹਿ ਰਹੇ ਨੇ, ਉਹਨਾਂ ਦੇ ਲਾਈਫ ਸਟਾਈਲ ਕੀ ਹੈ. ਠੀਕ ਹੈ, ਬੇਸਿਕਲੀ ਕਿਸੇ ਪਾਰਟਿਕੂਲਰ ਫੀਲਡ ਦਾ ਪਾਰਟਿਕੂਲਰ ਗਰੁੱਪ ਆਫ ਪਰਸਨਸ ਪਾਰਟਿਕੂਲਰ ਏਰੀਆ ਦੇ ਵਿੱਚ ਕਹਿ ਲਓ ਵੀ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਰਹਿੰਦੇ ਨੇ ਉਹਨਾਂ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ. ਠੀਕ ਹੈ, ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮਤਲਬ ਉਹਨਾਂ ਦੀ ਥਿੰਕਿੰਗ ਕਿਹੋ ਜਿਹੀ ਹੈ, ਮਨੌਤਾਂ ਮਤਲਬ ਬਿਲੀਫਸ ਕੀ ਨੇ, ਉਹ ਕਿਹਨਾਂ ਗੱਲਾਂ ਦੇ ਵਿੱਚ ਬਿਲੀਵ ਕਰਦੇ ਨੇ, ਰਹਿਣ ਸਹਿਣ ਮਤਲਬ ਉਹ ਕਿਵੇਂ ਰਹਿੰਦੇ ਨੇ, ਉਹਨਾਂ ਦਾ ਲਾਈਫ ਸਟਾਈਲ ਕੀ ਹੈ, ਕਦਰਾਂ ਕੀਮਤਾਂ ਯਾਨੀ ਕਿ ਉਹਨਾਂ ਦੀਆਂ ਵੈਲਿਊਜ਼ ਕੀ ਨੇ, ਖਾਣ ਪੀਣ ਯਾਨੀ ਕਿ ਉਹਨਾਂ ਦਾ ਈਟਿੰਗ ਸਟਾਈਲ ਕਿੱਦਾਂ ਦਾ, ਰੀਤੀ ਰਿਵਾਜ਼ਾਂ ਯਾਨੀ ਕਿ ਉਹ ਕਿੰਨਾ ਰੀਤਾਂ ਨੂੰ ਫੋਲੋ ਕਰਦੇ ਨੇ, ਪਹਿਰਾਵੇ ਮਤਲਬ ਉਹਨਾਂ ਦੀ ਅਪੀਅਰੈਂਸ ਕਿਹੋ ਜਿਹੀ ਹੈ, ਬੋਲੀ ਮਤਲਬ ਉਹਨਾਂ ਦੀ ਲੈਂਗੁਏਜ ਕੀ ਹੈ, ਐਂਡ ਤਿਥ ਤਿਉਹਾਰ ਦਾ ਸੁਮੇਲ ਹੈ ਯਾਨੀ ਕਿ ਫੈਸਟੀਵਲਸ ਦਾ ਸੁਮੇਲ ਹੈ. ਠੀਕ ਹੈ, ਤਾਂ ਹੁਣ ਆਪਾਂ ਇਸ ਪੂਰੇ ਆਨਸਰ ਨੂੰ ਇੱਕ ਵਾਰ ਫਿਰ ਤੋਂ ਰਿਵਾਈਜ਼ ਕਰਦੇ ਹਾਂ. ਆਈ ਐਮ ਸ਼ੋਰ ਦੈਟ ਯੂ ਵਿਲ ਬੀ ਏਬਲ ਟੂ ਮੈਮੋਰਾਈਜ਼. ਠੀਕ ਹੈ, ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੰਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ. ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮਨੌਤਾਂ, ਰਹਿਣ ਸਹਿਣ, ਕਦਰਾਂ ਕੀਮਤਾਂ, ਖਾਣ ਪੀਣ, ਰੀਤੀ ਰਿਵਾਜ਼ਾਂ, ਪਹਿਰਾਵੇ, ਬੋਲੀ ਅਤੇ ਤਿੱਥ ਤਿਉਹਾਰ ਦਾ ਸੁਮੇਲ ਹੈ. ਸੁਮੇਲ ਮੀਨਸ ਸਾਰਿਆਂ ਇਹ ਫੈਕਟਰਸ ਨੂੰ ਕੰਬਾਈਨ ਕਰਕੇ ਆਪਾਂ ਸੱਭਿਆਚਾਰ ਕਹਿੰਦੇ ਆ ਜਾਂ ਫਿਰ ਕਲਚਰ ਕਹਿੰਦੇ ਆ ਇੰਗਲਿਸ਼ ਦੇ ਵਿੱਚ. ਨੈਕਸਟ ਕੁਐਸਚਨ ਹੈ ਸੱਭਿਆਚਾਰ ਅਤੇ ਉਪ ਸੱਭਿਆਚਾਰ ਵਿੱਚ ਕੀ ਅੰਤਰ ਹੈ? ਜਿਵੇਂ ਇੱਕ ਹੈਡਿੰਗ ਹੁੰਦੀ ਆ ਤੇ ਇੱਕ ਸਬ ਹੈਡਿੰਗ ਹੁੰਦੀ ਆ, ਉਵੇਂ ਇੱਕ ਸੱਭਿਆਚਾਰ ਉਪ ਸੱਭਿਆਚਾਰ ਮਤਲਬ ਉਸਦਾ ਛੋਟਾ ਭਾਗ. ਲੈਟ ਅਸ ਅੰਡਰਸਟੈਂਡ. ਉਪ ਸੱਭਿਆਚਾਰ ਦਰਅਸਲ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ. ਫਰਕ ਕੇਵਲ ਇੰਨਾ ਹੈ ਕਿ ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਜਨ ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਉੱਥੇ ਉਪ ਸੱਭਿਆਚਾਰ ਉਪ ਸਮੂਹਾਂ ਜਾਂ ਸਥਾਨਿਕ ਖਿੱਤਿਆਂ ਨਾਲ ਸੰਬੰਧਿਤ ਹੁੰਦਾ ਹੈ. ਉਦਾਹਰਨ ਦੇ ਤੌਰ ਤੇ ਜੇ ਭਾਰਤੀ ਸੱਭਿਆਚਾਰ ਦੇ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਬੰਗਾਲੀ, ਪੰਜਾਬੀ, ਗੁਜਰਾਤੀ ਜਾਂ ਮਰਾਠੀ ਆਦਿ ਜੇਕਰ ਇੱਥੋਂ ਦੇ ਉਪ ਸੱਭਿਆਚਾਰ ਹਨ ਉੱਥੇ ਇਹੀ ਉਪ ਸੱਭਿਆਚਾਰ ਆਪੋ ਆਪਣੇ ਖਿੱਤਿਆਂ ਵਿਚਲੇ ਜਨ ਸਮੂਹਾਂ ਦੇ ਮੂਲ ਸੱਭਿਆਚਾਰ ਵੀ ਹਨ. ਹੋਰ ਸੌਖੀ ਤਰ੍ਹਾਂ ਸਮਝਣ ਲਈ ਜਿੱਥੇ ਪੰਜਾਬ ਰਾਜ ਦਾ ਆਪਣਾ ਪੰਜਾਬੀ ਸੱਭਿਆਚਾਰ ਹੈ ਉੱਥੇ ਇਸਦੇ ਵੱਖ-ਵੱਖ ਭੂਗੋਲਿਕ ਖਿੱਤਿਆਂ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿੱਚ ਇਕਲਾਈ ਵਿਸ਼ੇਸ਼ਤਾਵਾਂ ਅਤੇ ਵੱਖਰਤਾਵਾਂ ਕਾਰਨ ਇਹੀ ਪੰਜਾਬੀ ਸੱਭਿਆਚਾਰ ਵਿੱਚ ਕ੍ਰਮਵਾਰ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਉਪ ਸੱਭਿਆਚਾਰ ਵਜੋਂ ਜਾਣੇ ਜਾਂਦੇ ਹਨ. ਠੀਕ ਹੈ, ਮਤਲਬ ਹੁਣ ਮੈਂ ਤੁਹਾਨੂੰ ਇਹ ਸਿੰਪਲ ਵਰਡਸ ਦੇ ਵਿੱਚ ਐਕਸਪਲੇਨ ਕਰਾਂ ਤਾਂ ਇੱਕ ਹੁੰਦਾ ਮੇਨ, ਠੀਕ ਹੈ, ਇੱਕ ਉਹਦਾ ਹੁੰਦਾ ਪਾਰਟ. ਹੁਣ ਜੇ ਆਪਾਂ ਦੇਖੀਏ ਤਾਂ ਪੂਰਾ ਇੰਡੀਆ ਇੱਕ ਆਪਾਂ ਜੇ ਮੇਨ ਲੈ ਕੇ ਚੱਲੀਏ ਇੰਡੀਆ ਦੇ ਕਲਚਰ ਨੂੰ ਤਾਂ ਉਹ ਕੀ ਹੋ ਗਿਆ ਸੱਭਿਆਚਾਰ. ਫਿਰ ਇੰਡੀਆ ਦੇ ਵਿੱਚ ਵੱਖ-ਵੱਖ ਸਟੇਟਸ ਨੇ ਉਹਨਾਂ ਦੇ ਹੋ ਗਏ ਉਪ ਸੱਭਿਆਚਾਰ. ਹੁਣ ਜੇ ਆਪਾਂ ਕਿਸੇ ਸਟੇਟ ਨੂੰ ਚੱਕ ਲਈਏ ਫੋਰ ਲੈਟਸ ਸੇ ਐਗਜ਼ਾਮਪਲ ਆਪਾਂ ਪੰਜਾਬ ਨੂੰ ਦੇਖ ਲਈਏ ਤਾਂ ਪੰਜਾਬ ਦੇ ਵਿੱਚ ਵੀ ਜੇ ਆਪਾਂ ਪੰਜਾਬ ਦੇ ਸੱਭਿਆਚਾਰ ਨੂੰ ਮੁੱਖ ਸੱਭਿਆਚਾਰ ਜਾਂ ਮੂਲ ਸੱਭਿਆਚਾਰ ਦਾ ਦਰਜਾ ਦਿੰਦੇ ਹਾਂ ਤਾਂ ਇਹਦੇ ਅੰਦਰ ਵੀ ਵੱਖ-ਵੱਖ ਕੀ ਨੇ ਵਿਲੱਖਣ ਸੱਭਿਆਚਾਰ ਨੇ. ਠੀਕ ਹੈ, ਉਹਨਾਂ ਨੂੰ ਆਪਾਂ ਫਿਰ ਉਪ ਸੱਭਿਆਚਾਰ ਕਹਿ ਦਿੰਦੇ ਹਾਂ. ਇਹ ਬਹੁਤ ਹੀ ਸਿੰਪਲ ਹੈ. PDF ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦੂੰਗੀ, ਉੱਥੋਂ ਤੁਸੀਂ ਆਪਣਾ ਡਾਊਨਲੋਡ ਕਰਕੇ ਲਿਖ ਕੇ ਇਹਨੂੰ ਯਾਦ ਕਰ ਲਿਓ. ਅੱਗੇ ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਬਾਰੇ ਦੱਸੋ. ਜੇਕਰ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਇੰਨੇ ਛੋਟੇ ਜਿਹੇ ਖੇਤਰਫਲ ਮੀਨਸ ਏਰੀਆ ਪਸਰੇ ਇਲਾਕੇ ਖਿੱਤੇ ਦੇ ਵਾਸੀਆਂ ਨੇ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਵਿਲੱਖਣ ਪਛਾਣ ਕਾਇਮ ਰੱਖੀ ਹੋਈ ਹੈ. ਕਹਿੰਦੇ ਵੀ ਇਕੱਲੇ ਭਾਰਤ ਇੰਡੀਆ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਪੰਜਾਬ ਦੀ ਇੱਕ ਵਿਲੱਖਣ ਪਛਾਣ ਹੈ. ਠੀਕ ਹੈ, ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆਲੂ ਅਤੇ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ. ਪੰਜਾਬੀਆਂ ਦੀ ਇਸ ਵੱਖਰੀ ਪਛਾਣ ਦਾ ਕਾਰਨ ਹੋਏਗਾ ਨਿਸ਼ਚੇ ਹੀ ਇਸਦੇ ਵਿਲੱਖਣ ਪਛਾਣ ਚਿੰਨ੍ਹ ਹਨ. ਸਰਬ ਪ੍ਰਵਾਨਿਤ ਮਤ ਹੈ ਕਿ ਭਾਰਤੀ ਸੱਭਿਆਚਾਰ ਅਸਲ ਵਿੱਚ ਪੰਜਾਬੀ ਸੱਭਿਆਚਾਰ ਦੀ ਧਾਰਾ
ਆਰੀਆ ਜਾਤੀ ਦੇ ਇਤਿਹਾਸ ਨਾਲ ਪ੍ਰਮੁੱਖ ਰੂਪ ਵਿੱਚ ਜੁੜੀ ਹੋਈ ਹੈ। ਵੈਦਿਕ ਸੱਭਿਆਚਾਰ ਦੇ ਮਹਾਨ ਗ੍ਰੰਥ ਅਤੇ ਭਾਰਤੀ ਸੱਭਿਆਚਾਰ ਦਾ ਮਹਾਨ ਸਰੋਤ ਰਿਗਵੇਦ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਰਚਿਆ ਗਿਆ। ਠੀਕ ਹੈ, ਜਿਹੜਾ ਰਿਗਵੇਦ ਹੈ ਇੱਕ ਮਹਾਨ ਸਰੋਤ ਹੈ, ਉਹ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਰਚਿਆ ਗਿਆ ਸੀ। ਪੰਜਾਬੀ ਸੱਭਿਆਚਾਰ ਕਿਉਂ ਜੋ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਕਹਿੰਦੇ ਵੀ ਜਿਵੇਂ ਭਾਰਤੀ ਇੰਡੀਆ ਦੇ ਕਲਚਰ ਦਾ ਜਿਹੜਾ ਰਚਨਾਵਾਂ ਹੋਣੀਆਂ ਸਟਾਰਟ ਹੋਈਆਂ, ਇੰਡੀਆ ਕਲਚਰ ਆਪਣਾ ਬਣਨਾ ਸ਼ੁਰੂ ਹੋਇਆ, ਉਹਦਾ ਪਹਿਲਾ ਜਿਹੜਾ ਸਟੈਪ ਸੀ ਉਹ ਪੰਜਾਬ ਦਾ ਕਲਚਰ ਹੀ ਸੀਗਾ। ਇਸ ਲਈ ਇੱਥੋਂ ਦਾ ਭੂਗੋਲ ਮੀਨਸ ਜੀਓਗ੍ਰਾਫੀ, ਲੈਂਡਸਕੇਪ, ਇਤਿਹਾਸ ਮੀਨਸ ਹਿਸਟਰੀ, ਰਾਜਨੀਤੀ ਮੀਨਸ ਪੋਲਿਟਿਕਸ ਅਤੇ ਆਰਥਿਕਤਾ ਮਤਲਬ ਕਿ ਫਾਈਨੈਂਸ਼ੀਅਲ ਕੰਡੀਸ਼ਨ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਪੰਜਾਬ ਦਾ ਸਿਰਫ ਹਿੰਦੁਸਤਾਨ ਦਾ ਪ੍ਰਵੇਸ਼ ਦੁਹਰਾ ਰਿਹਾ ਹੈ, ਸਗੋਂ ਹਿੰਦੁਸਤਾਨ ਦੇ ਨਾਮਕਰਨ 'ਚ ਵੀ ਇਸ ਖਿੱਤੇ ਦੀ ਭੂਮਿਕਾ ਵਰਣਯੋਗ ਹੈ। ਹਿੰਦੁਸਤਾਨ ਦਾ ਜਿਹੜਾ ਮਤਲਬ ਨਾਮਕਰਨ ਹੈ, ਉਸਦਾ ਨਾਮ ਰੱਖਣ ਦੇ ਵਿੱਚ ਵੀ ਇੰਡੀਆ ਦੀ ਪੰਜਾਬ ਦੀ ਇੱਕ ਵੱਖਰੀ ਭੂਮੀ ਹੈ। ਰਿਗਵੈਦਿਕ ਕਾਲ ਵਿੱਚ ਪੰਜਾਬ ਵਿੱਚ 7 ਦਰਿਆਵਾਂ ਦੀ ਧਰਤੀ ਹੋਣ ਕਾਰਨ ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਸਮੇਂ ਦੇ ਨਾਲ ਮਹਾਭਾਰਤ ਦੇ ਯੁੱਗ ਵਿੱਚ ਪੰਜਾਬ ਨੂੰ ਪੰਚਨਾਦ ਭਾਵ 5 ਦਰਿਆਵਾਂ ਦੀ ਧਰਤੀ ਕਿਹਾ ਜਾਣ ਲੱਗਾ, ਜੋ ਕਿ ਮੁਸਲਮਾਨਾਂ ਦੇ ਆਉਣ ਨਾਲ ਫਾਰਸੀ ਭਾਸ਼ਾ ਦੇ ਅਨੁਵਾਦ ਅਨੁਸਾਰ 5 ਆਬ ਭਾਵ 5 ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਣ ਲੱਗਾ। ਠੀਕ ਹੈ, ਪੰਜਾਬ ਜਿਹੜਾ ਸੀ ਉਹ ਮਤਲਬ ਪਹਿਲਾਂ ਇਸ ਵਿੱਚ 5 ਦਰਿਆਵਾਂ ਹੁੰਦੀਆਂ ਸੀ। ਠੀਕ ਹੈ, 5 ਆਬ ਯਾਨੀ ਕਿ 5 ਪਾਣੀਆਂ ਦੀ ਧਰਤੀ ਵਜੋਂ ਇਹਨੂੰ ਜਾਣਿਆ ਜਾਣ ਲੱਗਾ। ਮੁਸਲਮਾਨਾਂ ਦੇ ਵਿੱਚ ਉਹਨਾਂ ਦੀ ਭਾਸ਼ਾ ਦੇ ਵਿੱਚ ਦਰਿਆ ਨੂੰ ਆਬ ਕਹਿੰਦੇ ਨੇ। ਇੱਥੇ ਇਹ ਦੱਸਣਾ ਵੀ ਵਾਜਬ ਹੈ ਕਿ ਭਾਰਤੀ ਸੱਭਿਆਚਾਰ ਦੀਆਂ ਪ੍ਰਮੁੱਖ ਘਟਨਾਵਾਂ ਵੀ ਪੰਜਾਬ ਵਿੱਚ ਹੀ ਵਾਪਰੀਆਂ ਹਨ। ਰਿਗਵੇਦ ਦੇ ਨਾਲ ਪਾਣਿਨੀ ਦਾ ਨਿਯਮਬੱਧ ਵਿਆਕਰਨ ਗ੍ਰੰਥ ਵੀ ਇਸੇ ਹੀ ਧਰਤੀ ਦੀ ਰਚਨਾ ਹੈ। ਤਕਸ਼ੀਲਾ ਮਹਾਨ ਵਿਸ਼ਵ ਵਿਦਿਆਲੇ ਦੀ ਸਥਾਪਨਾ ਵੀ ਪੰਜਾਬ ਵਿੱਚ ਹੀ ਹੋਈ। ਰਾਮਾਇਣ, ਭਗਵਦ ਗੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਹਾਨ ਗ੍ਰੰਥਾਂ ਦੀ ਰਚਨਾ ਵੀ ਇਸੇ ਧਰਤੀ ਤੇ ਹੋਈ। ਇਹ ਵੀ ਵਰਣਨਯੋਗ ਹੈ ਕਿ ਇਹ ਸਭ ਆਧੁਨਿਕ ਪੰਜਾਬ ਯਾਨੀ ਕਿ ਮਾਡਰਨ ਪੰਜਾਬ ਵਿੱਚ ਨਹੀਂ ਰਚੇ ਗਏ, ਬਲਕਿ ਉਹ ਸਮਾਂ ਸੀ ਜਦੋਂ ਪੰਜਾਬ ਦੀਆਂ ਸੱਭਿਆਚਾਰਾਂ ਤੇ ਭੂਗੋਲਿਕ ਸਰਹੱਦਾਂ ਅਜੋਕੇ ਰਾਜਨੀਤਿਕ ਨਕਸ਼ੇ ਵਿਚਲੀਆਂ ਹੱਦਬੰਦੀਆਂ ਤੋਂ ਕਿਧਰੇ ਵਿਸ਼ਾਲ ਹਨ। ਮਤਲਬ ਇਹ ਹੁਣ ਦੀ ਗੱਲ ਨਹੀਂ ਹੋ ਰਹੀ ਹੈ, ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਦੀਆਂ ਜਿਹੜੀਆਂ ਸਰਹੱਦਾਂ ਸੀ ਉਹ ਹੋਰ ਜ਼ਿਆਦਾ ਦੂਰ ਸਨ, ਯਾਨੀ ਕਿ ਕੋਈ ਇੰਨੀਆਂ ਬਾਉਂਡਰੀਜ਼ ਨਹੀਂ ਸੀਗੀਆਂ। ਹੁਣ ਇਹਦਾ ਜਿਹੜਾ ਭੂਗੋਲਿਕ ਖੇਤਰਫਲ ਹੈ ਉਹ ਘੱਟ ਹੈ, ਬਟ ਪਹਿਲਾਂ ਜਿਹੜਾ ਸੀ ਇਹ ਬਹੁਤ ਹੀ ਵਿਸ਼ਾਲ ਸੀ। ਮੱਧਕਾਲ ਵਿੱਚ ਪੰਜਾਬ ਇਸਲਾਮ ਧਰਮ ਅਤੇ ਇਸਲਾਮਿਕ ਸੰਸਕ੍ਰਿਤੀ ਦਾ ਬਹੁਤ ਵੱਡਾ ਖੇਤਰ ਬਣਿਆ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਪੰਜਾਬ ਦੀ ਵਸੋਂ ਦਾ ਇੱਕ ਬਹੁਤ ਵੱਡਾ ਹਿੱਸਾ ਇਸਲਾਮ ਧਰਮ ਨਾਲ ਜੁੜ ਗਿਆ। ਇਹਦੇ ਵਿੱਚ ਕੁਝ ਔਖਾ ਨਹੀਂ ਹੈ ਸਮਝਣ ਲਈ। ਇਸਲਾਮਿਕ ਸੂਫੀ ਸੰਤਾਂ ਨੇ ਪੰਜਾਬੀ ਸੱਭਿਆਚਾਰ ਵਿੱਚ ਭਾਰਤੀ ਅਤੇ ਇਸਲਾਮੀ ਰੰਗ ਦਾ ਸੁਮੇਲ ਸਥਾਪਿਤ ਕਰਨ ਦਾ ਭਰਪੂਰ ਯਤਨ ਕੀਤਾ। ਸਿੱਖ ਗੁਰੂਆਂ ਨੇ ਆਪਣੀ ਨਿਰੋਈ ਮਾਨਵਵਾਦੀ ਸੋਚ ਨਾਲ ਇੱਕ ਨਵੇਂ ਸੱਭਿਆਚਾਰ ਦਾ ਨਿਰਮਾਣ ਕੀਤਾ ਹੈ, ਜੋ ਅਜੋਕੇ ਪੰਜਾਬ ਸੱਭਿਆਚਾਰ ਦਾ ਧੂਰਾ ਹੈ। ਠੀਕ ਹੈ, ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਸਫ਼ਰ ਚੋਂ ਗੁਜ਼ਰਦਿਆਂ ਅਸੀਂ 7 ਦਰਿਆਵਾਂ ਤੋਂ 5 ਅਤੇ ਘੱਟ ਦੇ ਅਜੋਕੇ ਬਚੇ 2.5 ਕੁ ਦਰਿਆਵਾਂ ਤੱਕ ਸੀਮਿਤ ਹੋ ਕੇ ਰਹਿ ਗਏ ਹਾਂ। ਮਤਲਬ ਜੇ ਆਪਾਂ ਇਤਿਹਾਸ 'ਚ ਦੇਖੀਏ ਤਾਂ ਸਭ ਤੋਂ ਪਹਿਲਾਂ 7 ਦਰਿਆਵਾਂ ਸੀ, ਫਿਰ 5 ਰਹਿ ਗਈਆਂ ਤੇ ਹੁਣ ਅੱਜ ਦੇ ਸਮੇਂ ਵਿੱਚ 2.5 ਕੁ ਦਰਿਆਵਾਂ ਤੱਕ ਅਸੀਂ ਸੀਮਿਤ ਹਾਂ। 1947 ਦੇ ਦੇਸ਼ ਦੀ ਵੰਡ ਪੰਜਾਬੀਆਂ ਉੱਪਰ ਕਹਿਰ ਬਣ ਕੇ ਟੁੱਟੀ। ਅਜੇ ਪੰਜਾਬ ਦੇ ਲੋਕ ਸੱਭਿਆਚਾਰਕ ਰਿਸ਼ਤਿਆਂ ਵਿੱਚ ਆਈ ਦਰਾੜ ਦੇ ਦਰਦ ਚੋਂ ਨਹੀਂ ਸਨ ਉੱਭਰ ਰਹੇ ਕਿ 1 ਨਵੰਬਰ 1966 ਨੂੰ ਭਾਸ਼ਾਈ ਆਧਾਰ ਤੇ ਪੰਜਾਬ ਰਾਜ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਅੱਜ ਦਾ ਹਰਿਆਣਾ ਤੇ ਹਿਮਾਚਲ ਰਾਜ ਪੰਜਾਬ ਦੇ ਭੂਗੋਲਿਕ ਨਕਸ਼ੇ ਤੋਂ ਸਦਾ ਲਈ ਬਾਹਰ ਹੋ ਗਏ। ਮਤਲਬ ਏਦਾਂ ਨਹੀਂ ਆ ਵੀ ਸ਼ੁਰੂ ਤੋਂ ਪੰਜਾਬ ਦੀ ਬਾਉਂਡਰੀਜ਼ ਅੱਜ ਵਾਂਗ ਹੀ ਨੇ, ਪਹਿਲਾਂ ਬਹੁਤ ਵਿਸ਼ਾਲ ਘੇਰਾ ਸੀ, ਫਿਰ ਘਟ ਗਿਆ, ਹੋਰ ਘਟ ਗਿਆ। ਮਤਲਬ ਕਿ ਬਹੁਤ ਕੁਝ ਹੁੰਦਾ ਰਿਹਾ ਪੁਰਾਣੇ ਸਮਿਆਂ ਦੇ ਵਿੱਚ। ਪਹਿਲਾਂ 1947 ਦੀ ਵੰਡ ਹੋਈ, ਫਿਰ 1 ਨਵੰਬਰ 1966 ਨੂੰ ਭਾਸ਼ਾਵਾਂ ਦੇ ਆਧਾਰ ਤੇ ਪੰਜਾਬ ਨੂੰ ਕਿਆ ਕੀਤਾ ਗਿਆ, ਸੈਪਰੇਟ ਕੀਤਾ ਗਿਆ ਹਿਮਾਚਲ ਅਤੇ ਹਰਿਆਣਾ ਦੇ ਵਿੱਚ। ਠੀਕ ਹੈ, ਤਾਂ ਮਤਲਬ ਕਿ ਹਿਸਟਰੀ ਇਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਅੱਗੇ ਪੜ੍ਹਦੇ ਹਾਂ, ਪੰਜਾਬੀ ਸੱਭਿਆਚਾਰ ਦਾ ਮੁੱਖ ਲੱਛਣ ਕੀ ਹਨ। ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਪਛਾਣ ਚਿੰਨ੍ਹ ਹਨ। ਪੰਜਾਬ ਹਿੰਦੁਸਤਾਨ ਦਾ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਬਸ਼ਿੰਦੇ ਸੂਰਮਿਆਂ ਅਤੇ ਬਹਾਦਰਾਂ ਦੀ ਕੌਮ ਹਨ। ਇਸ ਲਈ ਪੰਜਾਬੀਆਂ ਵਿੱਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲ ਕਰਨ, ਪਿਆਰ ਨਾਲੇ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈਂ ਨਾ ਮੰਨਣ ਕਿਸੇ ਦੀ।
ठीक है, प्रोफैसर पूरन सिंह ਦਾ ਲਿਖਿਆ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਜ਼ਾਲਮ ਹਾਕਮਾਂ ਦੇ ਅੱਗੇ ਝੁਕਣਾ ਇਹਨਾਂ ਦੀ ਅਣਖ ਨੂੰ ਵੰਗਾਰ ਪਾਉਂਦਾ ਹੈ, ਜਿਸ ਦਾ ਜਵਾਬ ਦੇਣਾ ਇਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਪੰਜਾਬ ਰਾਜ ਦੇਸ਼ ਦਾ ਅੰਨ ਭੰਡਾਰ ਰਿਹਾ ਹੈ, ਇਸ ਲਈ ਕਿਸੇ ਤੋਂ ਭੀਖ ਮੰਗਣਾ ਪੰਜਾਬੀਆਂ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ। ਫਰੀਦਾਬਾਦ ਪਰਾਈਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਕਸੀ ਜਿਉ ਸਰੇ ਲੈ। ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਲੱਛਣ ਇਸਦਾ ਮਿੱਸਾਪਨ ਹੈ। ਕਈ ਸਦੀਆਂ ਤੱਕ ਬਾਹਰੀ ਹਮਲਾਵਰਾਂ ਭਾਵ ਮੁਗਲਾਂ, ਮੁਸਲਮਾਨਾਂ ਤੇ ਅੰਗਰੇਜ਼ਾਂ ਦੇ ਇੱਥੇ ਕਾਬਜ਼ ਹੋਣ ਅਤੇ ਆਪੋ ਆਪਣੇ ਸੱਭਿਆਚਾਰ ਦਾ ਫੈਲਾਅ ਕਰਕੇ ਪੰਜਾਬੀ ਸੱਭਿਆਚਾਰ ਦਾ ਸੁਭਾਅ ਮਿੱਸਾ ਅਤੇ ਦੁਰਸਤ ਹਾਜ਼ਮੇ ਵਾਲਾ ਹੋ ਨਿਬੜਿਆ। ਇੱਥੋਂ ਦੀ ਭਾਸ਼ਾ, ਬੋਲੀ, ਪਹਿਰਾਵਾ, ਰੀਤੀ ਰਿਵਾਜ, ਮਨੌਤਾਂ ਪੰਜਾਬੀ ਸੱਭਿਆਚਾਰ ਦੇ ਬਹੁਸ਼ਲੀ, ਬਹੁਜਾਤੀ ਅਤੇ ਬਹੁਕੌਮੀ ਇਤਿਹਾਸ ਵੱਲ ਇਸ਼ਾਰਾ ਕਰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੇਲੇ ਪੰਜਾਬੀ ਆਪਣੀ ਮਿਹਨਤਕਸ਼ੀ ਲਈ ਇੱਕ ਮਿਸਾਲ ਹਨ। ਇਸੇ ਮਿਹਨਤ ਸਦਕਾ ਹੀ ਦੇਸ਼ ਨੂੰ ਲੋੜ ਵੇਲੇ ਅਨਾਜ ਦੇ ਭੰਡਾਰ ਦੇਣ ਵੇਲੇ ਹਰੀ ਕ੍ਰਾਂਤੀ ਕਿਸੇ ਵੀ ਸੂਬੇ ਵਿੱਚ ਆਈ। ਦਰਿਆਈ ਪਾਣੀ ਰਜਵੇਂ ਹੋਣ ਕਾਰਨ ਸੂਬੇ ਦੀ ਆਰਥਿਕਤਾ ਸੁਧਰੇ ਰੂਪ ਵਾਲੀ ਰਹੀ। ਹਾਲਾਂਕਿ ਸਮੇਂ ਦੇ ਬਦਲਾਅ ਅਤੇ ਕੁਦਰਤੀ ਸਾਧਨਾਂ ਦੇ ਘਟਣ ਅਤੇ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਵਿੱਚ ਜਾ ਵਸੇ ਹਨ। ਰੋਜ਼ਾਨਾ ਦੇ ਘਰ ਵਿਹਾਰ ਵਿਚਲੇ ਬਦਲਾਅ ਨਾਲ ਮਨੁੱਖੀ ਸੁਭਾਅ ਵਿੱਚ ਤਬਦੀਲੀ ਆਉਣੀ ਲਾਜ਼ਮੀ ਹੈ, ਜਿਸ ਨਾਲ ਲੋਕਾਂ ਦਾ ਇੱਕ ਦੂਜੇ ਪ੍ਰਤੀ ਰਵੱਈਆ ਵੀ ਬਦਲ ਰਿਹਾ ਹੈ। ਮਤਲਬ ਇਹ ਪੁਰਾਣੇ ਜ਼ਮਾਨੇ ਦੀ ਗੱਲ ਹੁੰਦੀ ਸੀ ਕਿ ਖੁੱਲ੍ਹਾ ਸੁਭਾਅ ਹੁੰਦਾ ਸੀ, ਮਤਲਬ ਪਹਿਲਾਂ ਦੀ ਗੱਲ ਹੋਰ ਸੀ, ਬਟ ਅੱਜ ਕੱਲ੍ਹ ਪੜ੍ਹ ਲਿਖ ਕੇ ਸਾਰੇ ਬਾਹਰ ਹੀ ਜਾ ਰਹੇ ਨੇ ਹਨ, ਕਿਉਂਕਿ ਸਮੇਂ ਦੇ ਨਾਲ ਨਾਲ ਕਾਫੀ ਬਦਲਾਅ ਆਉਂਦਾ ਹੈ। ਮਤਲਬ ਇਹ ਇੱਕ ਕਾइंड ऑफ रूल ऑफ नेचर है, ਅਸੂਲ ਹੀ ਹੈ ਕੁਦਰਤ ਦਾ ਕਿ ਬਦਲਾਅ, ਠੀਕ ਹੈ। ਜਿਹੜੇ ਬੰਦੇ ਨੇ ਬਦਲਾਅ ਦੇ ਨਾਲ ਜੀਣਾ ਸਿੱਖ ਲਿਆ ਉਹ ਤਾਂ ਖੁਸ਼ਹਾਲ ਰਹਿੰਦਾ ਹੈ, ਬਟ ਜਿਹੜਾ ਸਮੇਂ ਦੇ ਨਾਲ ਨਹੀਂ ਬਦਲਦਾ ਉਸਨੂੰ ਫਿਰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਜੀਵਨ ਦੀ ਸੱਚਾਈ ਹੈ। ਸੰਸਾਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਕਿਵੇਂ ਵਿਲੱਖਣ ਹੈ? ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਪਛਾਣ ਚਿੰਨ੍ਹ ਹਨ। ਪੰਜਾਬ ਹਿੰਦੁਸਤਾਨ ਦਾ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਬਸ਼ਿੰਦੇ ਸੂਰਮਿਆਂ ਤੇ ਬਹਾਦਰਾਂ ਦੀ ਕੌਮ ਹਨ। ਇਸ ਲਈ ਪੰਜਾਬੀਆਂ ਵਿੱਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈਮ ਨਾ ਮੰਨਣ ਕਿਸੇ ਦੀ। ਇਹ ਆਪਾਂ ਪਹਿਲਾਂ ਵੀ ਪੜ੍ਹ ਲਿਆ, ਸੇਮ ਹੀ ਆਂਸਰ ਲਿਖਣਾ ਇਹਦੇ ਵਿੱਚ ਵੀ। ਇਤਿਹਾਸ ਗਵਾਹ ਹੈ, ਉਹੀ ਸਾਰਾ ਕੁਛ ਵਗਾਰ ਪਾਉਂਦਾ ਹੈ। ਫਿਰ ਫਰੀਦਾਬਾਦ, ਉਹੀ ਸਾਰਾ ਕੁਛ ਹੈ, ਠੀਕ ਹੈ। ਇਹ ਦੋ ਕੁਐਸਚਨ ਦਾ ਆਂਸਰ ਸੇਮ ਹੀ ਹੈ, ਠੀਕ ਹੈ। ਤਾਂ ਆਈ ਥਿੰਕ ਇਹਦੇ ਵਿੱਚ ਇੱਕ ਹੋਰ ਪੈਰਾਗ੍ਰਾਫ ਵੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੇਲੇ ਪੰਜਾਬੀ ਆਪਣੀ ਮਿਹਨਤਕਸ਼ੀ ਲਈ ਇੱਕ ਮਿਸਾਲ ਹਨ। ਇਸੇ ਮਿਹਨਤ ਸਦਕਾ ਹੀ ਦੇਸ਼ ਨੂੰ ਲੋੜ ਵੇਲੇ ਅਨਾਜ ਦੇ ਭੰਡਾਰ ਦੇਣ ਵੇਲੇ ਹਰੀ ਕ੍ਰਾਂਤੀ ਵੀ ਇਸੇ ਸੂਬੇ ਵਿੱਚ ਆਈ। ਦਰਿਆਈ ਪਾਣੀ ਰਜਵੇਂ ਹੋਣ ਕਾਰਨ ਸੂਬੇ ਦੀ ਆਰਥਿਕਤਾ ਸੁਧਰੇ ਰੂਪ ਵਾਲੀ ਰਹੀ। ਹਾਲਾਂਕਿ ਸਮੇਂ ਦੇ ਬਦਲਾਅ ਨਾਲ ਅਤੇ ਕੁਦਰਤੀ ਸਾਧਨਾਂ ਦੇ ਘਟਣ ਅਤੇ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਵਿੱਚ ਜਾ ਵਸੇ ਹਨ। ਰੋਜ਼ਾਨਾ ਦੇ ਕਾਰ ਵਿਹਾਰ ਵਿਚਲੇ ਬਦਲਾਅ ਨਾਲ ਮਨੁੱਖੀ ਸੁਭਾਅ ਵਿੱਚ ਤਬਦੀਲੀ ਆਉਣਾ ਲਾਜ਼ਮੀ ਹੈ, ਜਿਸ ਨਾਲ ਲੋਕਾਂ ਦਾ ਇੱਕ ਦੂਜੇ ਪ੍ਰਤੀ ਰਵੱਈਆ ਵੀ ਬਦਲ ਰਿਹਾ ਹੈ। ਤਾਂ ਇਹ ਉਹੀ ਸੇਮ ਸੀਗਾ। ਆਈ ਥੋਟ ਇਟਸ ਡਿਫਰੈਂਟ ਬਟ ਇਟਸ ਸੇਮ। ਤਾਂ ਇਹ ਸੀਗੇ ਕੁਝ ਪ੍ਰਸ਼ਨ ਉੱਤਰ, ਇਹਨਾਂ ਨੂੰ ਤੁਸੀਂ ਯਾਦ ਕਰ ਲਿਓ। ਇਹਦੇ ਵਿੱਚੋਂ ਮੋਸਟ ਇੰਪੋਰਟੈਂਟ ਫॉर 3 ਮਾਰਕਸ ਔਰ 2 ਮਾਰਕਸ ਆਹ ਹੈ, ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ ਤੇ ਇੱਕ ਆ ਇੰਪੋਰਟੈਂਟ ਹੈ, ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਬਾਰੇ ਦੱਸੋ। ਵੈਸੇ ਤਾਂ all questions which I all the questions which I told in this video are important, but ਫਿਰ ਵੀ ਮੇਰੇ ਅੰਦਾਜ਼ੇ ਅਨੁਸਾਰ ਆਹ ਦੋ ਕੁਐਸਚਨ ਜਿਹੜੇ ਨੇ ਇਹ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। ਤਾਂ ਮਿਲਦੀ ਹਾਂ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ ਆਪਣੇ ਅਗਲੇ ਚੈਪਟਰ ਦੇ ਨਾਲ। Till then, keep revising, keep learning, keep writing, and take care of your mental and physical health as well. Okay, bye bye.